ਪੰਜਾਬ ਦੇ ਵਿੱਚ ਸ਼ਰਾਬ ਦੇ ਠੇਕਿਆਂ ਦੇ ਖੁੱਲ੍ਹਣ ਨੂੰ ਲੈ ਕੇ ਬੜੀ ਰਾਜਨੀਤੀ ਗਰਮਾਈ। ਵਿਪਕਸ਼ ਵੱਲੋਂ ਬੜੇ ਆਰੋਪ ਲਗਾਏ ਗਏ। ਸਰਕਾਰ ਦਾ ਆਖਣਾ ਸੀ ਕਿ ਇਹਨੂੰ ਜਲਦੀ ਤੋਂ ਜਲਦੀ ਖੋਲ੍ਹਿਆ ਜਾਏਗਾ ਕਿਉਂਕਿ ਸਾਡਾ ਰੈਵਨਿਊ ਆਏਗਾ। ਬਹੁਤ ਰਾਜਨੀਤੀ ਹੋਈ, ਲੇਕਿਨ ਜ਼ਮੀਨੀ ਪੱਧਰ ਤੇ ਕੀ ਹਾਲਾਤ ਨੇ? ਸਾਡੇ ਨਾਲ ਇਸ ਵਕਤ ਪੰਜਾਬ ਭਰ ਤੋਂ ਆਏ ਜਿਹੜੇ ਸ਼ਰਾਬ ਦੇ ਠੇਕੇਦਾਰ ਮੌਜੂਦ ਨੇ, ਜਿਨ੍ਹਾਂ ਦੀ ਕੀ ਆਪਣੀ ਹੀ ਇੱਕ ਕਹਾਣੀ ਹੈ। ਉਹ ਕਹਿੰਦੇ ਨੇ ਕਿ ਅਸੀਂ ਘਾਟੇ 'ਚ ਹਾਂ, ਇਹਨੂੰ ਖੋਲ੍ਹਣਾ ਹੀ ਨਹੀਂ ਚਾਹੀਦਾ। ਰਾਜਨੀਤੀ ਤੋਂ ਬਾਅਦ ਜ਼ਮੀਨੀ ਹਕੀਕਤ ਤੇ ਗਰਾਊਂਡ ਜ਼ੀਰੋ ਤੇ ਅਸੀਂ ਅੱਜ ਇਹਨਾਂ ਨਾਲ ਗੱਲ ਕਰਾਂਗੇ। ਸਰ, ਤੁਹਾਡੇ ਨਾਮ ਤੇ ਸਿਆਸਤ ਤੇ ਬਹੁਤ ਹੈ, ਬੜੇ ਧਰਨੇ ਵੀ ਲੱਗਦੇ ਨੇ, ਬਿਆਨਬਾਜ਼ੀ ਵੀ ਹੁੰਦੀ ਹੈ। ਸਰਕਾਰ ਕਹਿੰਦੀ ਕਿ ਸਿਰਫ ਨਸ਼ੇ ਤੱਕ ਨਹੀਂ ਸਰਕਾਰ ਸੀਮਿਤ ਹੈ ਜੀ, ਵਿਪਕਸ਼ ਦੇ ਵੀ ਆਰੋਪ ਲੱਗਦੇ ਨੇ। ਤੁਹਾਡੀ ਕੀ ਹਕੀਕਤ ਹੈ? ਦੇਖੋ ਜੀ, ਸਾਡਾ ਸਭ ਤੋਂ ਪਹਿਲਾਂ ਇੱਥੇ ਇਕੱਠੇ ਹੋਣ ਦਾ ਸਾਡੀ ਐਸੋਸੀਏਸ਼ਨ ਦਾ ਇਹੀ ਮੁੱਦਾ ਆ ਕਿ ਸਾਡਾ ਜਿਹੜਾ ਰੈਵਨਿਊ ਸਾਨੂੰ ਗਵਰਨਮੈਂਟ ਨੇ ਸਾਡੇ ਤੋਂ ਚਾਰਜ ਕਰਨਾ ਆ ਪੂਰੇ ਸਾਲ ਦਾ, ਇਹਦੀ ਜਿਹੜੀ ਪਾਲਿਸੀ ਬਣਾਈ ਗਈ ਸੀਗੀ, ਇਹ ਕੋਵਿਡ-19 ਦੇ ਆਉਣ ਤੋਂ ਪਹਿਲਾਂ ਇਹ ਪਾਲਿਸੀ ਬਣਾਈ ਗਈ ਸੀ। ਕੋਵਿਡ-19 ਦੀ ਭਿਅੰਕਰ ਮਹਾਮਾਰੀ ਦੇ ਆਉਣ ਤੋਂ ਪਹਿਲਾਂ ਇਹ ਪਾਲਿਸੀ ਬਣਾਈ ਗਈ ਸੀ। ਉਹਦੇ ਵਿੱਚ ਸਰਕਾਰ ਨੇ ਸਾਨੂੰ ਜਿਹੜੇ ਠੇਕੇ ਅਲਾਟ ਕੀਤੇ ਸੀਗੇ, ਜੇ ਅੰਮ੍ਰਿਤਸਰ ਦੀ ਆਪਾਂ ਗੱਲ ਕਰੀਏ, ਇਹਦੇ ਵਿੱਚ 32 ਸਰਕਲ ਆ ਜੀ ਪੂਰੇ ਅੰਮ੍ਰਿਤਸਰ ਦੇ, ਜਿਨ੍ਹਾਂ ਦੇ ਵਿੱਚੋਂ ਕਿ ਜਦੋਂ ਇਹ ਪਾਲਿਸੀ ਬਣਾਈ ਗਈ ਅਪਰੋਕਸੀਮੇਟਲੀ 18 ਠੇਕੇਦਾਰਾਂ ਨੇ 18 ਸਰਕਲਾਂ ਨੂੰ ਰੀਨਿਊ ਕਰਾਇਆ ਗਿਆ। 14 ਸਰਕਲ ਸਾਡੇ ਐਸੇ ਆ ਜਿਹੜੇ ਅਜੇ ਤੱਕ ਪੈਂਡਿੰਗ ਪਏ ਆ ਜੀ, ਜਿਹੜੇ ਕਿ ਜਿਨ੍ਹਾਂ ਠੇਕੇਦਾਰਾਂ ਨੂੰ ਪੈਸਾ ਨਹੀਂ ਬਚਿਆ ਜਾਂ ਵਾਟ ਐਵਰ ਦੀ ਰੀਜ਼ਨ, ਜਿਹਦੇ ਕਰਕੇ ਕਿ ਇਹ ਜਿਹੜੇ ਠੇਕੇ ਸ਼ਰਾਬ ਦੇ ਉਹਨਾਂ ਨੇ ਦੁਬਾਰਾ ਰੀਨਿਊ ਨਹੀਂ ਕਰਾਏ। 18 ਠੇਕੇਦਾਰਾਂ ਨੂੰ ਕਿੰਨੇ, ਜਿਹੜੇ ਸਰਕਲ ਨੂੰ ਕਿੰਨੇ ਕੁ ਪੈਸੇ ਦਿੱਤੇ ਗਏ ਤੁਹਾਡੇ? ਸਾਡੇ ਗਵਰਨਮੈਂਟ ਦੇ ਨੂੰ ਅਸੀਂ ਨੀਅਰ ਅਬਾਊਟ ਕਰੋੜ 1.5 ਕਰੋੜ ਰੁਪਈਆ, ਜਿਹੜਾ 1 ਤੋਂ 1.5 ਕਰੋੜ ਦੇ ਵਿੱਚ ਨੀਅਰ ਅਬਾਊਟ ਅਸੀਂ ਗਵਰਨਮੈਂਟ ਨੂੰ ਪੇ ਕਰ ਚੁੱਕੇ ਹਾਂ ਸਾਨੂੰ ਇੱਕ ਸਰਕਲ ਦਾ, ਤੇ ਜਿਹਦੇ ਵਿੱਚ ਕਿ ਪਿਛਲੇ 50 ਦਿਨ ਤੋਂ ਠੇਕੇ ਬੰਦ ਆ ਜੀ। ਜਿਹੜੇ 50 ਦਿਨ ਤੋਂ ਠੇਕੇ ਬੰਦ ਆ, ਉਹਦੇ ਵਿੱਚ ਆਪਾਂ 18 ਤੋਂ ਆਪਣਾ 40 ਤੋਂ 50 ਦਿਨ ਠੇਕੇ ਬੰਦ ਆ, ਤੇ ਗਵਰਨਮੈਂਟ ਤੇ ਸਾਡੇ ਕੋਲ ਉਹਦਾ ਵੀ ਰੈਵਨਿਊ ਮੰਗ ਰਹੀ ਹੈ ਜੀ। ਸਾਡੇ ਲਈ ਪੋਸੀਬਲ ਨਹੀਂ ਹੈਗਾ। ਸਾਡੇ ਤੇ ਜੇ ਪੁਰਾਣੇ 9 ਦਿਨ ਦਾ ਸਾਨੂੰ ਰੈਵਨਿਊ ਜਿਹੜਾ ਅਸੀਂ ਗਵਰਨਮੈਂਟ ਨੂੰ ਪੇ ਕੀਤਾ ਆ, ਸਾਨੂੰ ਤਾਂ ਜੇ ਉਹ ਖੋਲਣ ਦਾ ਮੌਕਾ ਨਹੀਂ ਦਿੱਤਾ ਗਿਆ। ਉਸ ਤੋਂ ਬਾਅਦ ਅਸੀਂ 22 ਤਰੀਕ ਤੋਂ ਪਹਿਲਾਂ 22 ਮਾਰਚ ਤੋਂ ਪਹਿਲਾਂ ਜਿਹੜੀ ਗਵਰਨਮੈਂਟ ਨੇ ਪਾਲਿਸੀ ਬਣਾਈ ਸੀਗੀ, ਉਹਦੇ ਵਿੱਚ ਇਹ ਦੱਸਿਆ ਗਿਆ ਸੀ ਕਿ ਉਹਦੇ ਵਿੱਚ ਸਾਨੂੰ ਇਹ ਸਾਰਾ ਕੁਝ ਅਲਾਟ ਸੀਗਾ, ਜਿੰਨੇ ਹੋਟਲ ਖੁੱਲੇ ਸੀ, ਪੈਲੇਸ ਖੁੱਲੇ ਸੀ, ਮੈਰਿਜ ਪੈਲੇਸ ਖੁੱਲੇ ਸੀਗੇ, ਉਹਦੇ 'ਚ ਸਾਰਾ ਕੁਝ ਖੁੱਲਾ ਸੀਗਾ, ਜਿਹਦੇ ਬਿਹਾਵ ਤੇ ਅਸੀਂ ਗਵਰਨਮੈਂਟ ਨੂੰ 8 ਕਰੋੜ ਰੁਪਈਆ ਪੇ ਕੀਤਾ। ਹੁਣ ਜੇ ਗੱਲ ਕਰੀਏ ਮੌਜੂਦਾ ਹਾਲਾਤਾਂ ਦੀ, ਪਿਛਲੇ 40-50 ਦਿਨ ਤੋਂ ਸਾਡੇ ਜਿਹੜੇ ਠੇਕੇ ਬੰਦ ਆ, ਪੂਰਾ ਜਨਜੀਵਨ ਬੰਦ ਆ, ਪੂਰਾ ਸਾਰਾ ਕੁਝ ਬੰਦ ਆ। ਉਹਦੇ ਵਿੱਚ ਸਾਨੂੰ ਗਵਰਨਮੈਂਟ ਇਹ 40 ਦਿਨਾਂ ਦਾ ਵੀ ਟੈਕਸ ਪੇ ਕਰਨ ਨੂੰ ਕਹਿ ਰਹੀ ਆ, ਜਿਹੜਾ ਕਿ ਪੋਸੀਬਲ ਹੀ ਨਹੀਂ ਹੈਗਾ। ਜਿਹੜਾ ਅਸੀਂ ਟੈਕਸ ਪੇ ਕੀਤਾ, ਸਾਡੇ ਕੋਲ ਤਾਂ ਅਜੇ ਰਿਟਰਨ ਦੇ ਵਿੱਚ ਇਹ ਨਹੀਂ ਆਇਆ ਕਿ ਪਿਛਲੇ 9 ਦਿਨ ਦੇ ਠੇਕੇ ਜਿਹੜੇ ਤੁਹਾਡੇ ਬੰਦ ਪਏ, ਸਾਨੂੰ ਤੇ ਉਹ ਖੋਲਣ ਦੇ ਹੁਕਮ ਨਹੀਂ ਦਿੱਤੇ ਗਏ। ਵੇਖੋ ਜੀ, ਸਾਡੇ ਠੇਕਿਆਂ ਤੇ ਤੁਸੀਂ ਜਾ ਕੇ ਵੇਖ ਸਕਦੇ ਹੋ, ਗਵਰਨਮੈਂਟ ਵੱਲੋਂ ਸੀਲਾਂ ਲੱਗੀਆਂ ਪਈਆਂ ਆ। ਉਦੋਂ ਪੰਜਾਬ ਦੇ ਮੌਜੂਦਾ ਹਾਲਾਤ ਜਿਹੜੇ ਸੀਗੇ, ਜਦੋਂ ਸਾਨੂੰ ਠੇਕੇ ਨਵੇਂ ਅਲਾਟ ਕੀਤੇ ਗਏ, ਇਹ ਬਹੁਤ ਵਧੀਆ ਹੈ। ਹੁਣ ਇਸ ਵੇਲੇ ਹਾਲਾਤਾਂ ਦੀ ਗੱਲ ਕਰੀਏ ਤੇ ਪੰਜਾਬ ਦੇ ਹਾਲਾਤ ਜਿਹੜੇ ਆ ਉਹ ਇੰਨੇ ਕਿ ਤੁਸੀਂ ਵੇਖ ਸਕਦੇ ਹੋ, ਜਨਜੀਵਨ ਇੰਨਾ ਪ੍ਰਭਾਵਿਤ ਹੋ ਚੁੱਕਾ ਆ ਕਿ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਗਿਆ ਜੀ। ਲੋਕਾਂ ਨੂੰ ਘਰੋਂ ਨਿਕਲਣਾ ਸੋਚ ਚਾਹ ਕੇ ਵੀ ਘਰੋਂ ਨਹੀਂ ਨਿਕਲ ਸਕਦੇ, ਜਿਹਦੇ ਵਿੱਚ ਕਿ ਸਾਰੇ ਵੇਖੋ ਪ੍ਰਵਾਸੀ ਮਜ਼ਦੂਰ ਵਾਪਸ ਚਲ ਗਏ। ਸਾਡਾ ਰੈਵਨਿਊ ਜਿਹੜਾ ਗਵਰਨਮੈਂਟ ਦਾ ਅਸੀਂ ਗਵਰਨਮੈਂਟ ਨੂੰ ਪੇ ਕਰਨਾ ਆ, ਉਹ ਸਾਨੂੰ ਜਿਹੜੇ ਠੇਕੇ ਖੁੱਲੇ ਆ, ਤੁਸੀਂ ਹੁਣ ਜਿਹੜੇ 2-3% ਠੇਕੇ ਖੁੱਲੇ ਆ, ਸਰਕਾਰ ਉਹਨਾਂ ਤੋਂ ਵੇਖੇ ਕਿ ਜਿਹੜਾ 20-25% ਤੋਂ ਵੱਧ ਉਹਨਾਂ ਦੀਆਂ ਸੇਲਾਂ ਨਹੀਂ ਹੈਗੀਆਂ। ਫਿਰ ਦੂਜੇ ਨੰਬਰ ਤੇ ਮੇਜਰ ਪੁਆਇੰਟ ਇਹ ਹੈਗਾ ਕਿ ਜਿਹੜਾ ਸਾਡੇ 14 ਸਰਕਲ ਜਿਹੜੇ ਗਵਰਨਮੈਂਟ ਨੇ, ਜਿੱਦਾਂ 32 ਸਰਕਲ ਸੀਗੇ ਅੰਮ੍ਰਿਤਸਰ ਦੇ, 18 ਤੇ ਅਸੀਂ ਸਾਨੂੰ ਸਰਕਾਰ ਨੇ ਕਿਹਾ ਪਾਲਿਸੀ ਬਣਾਈ ਤੇ ਅਸੀਂ 12% ਇਨਕਰੀਜ਼ ਪਲੱਸ 8% ਟੈਕਸ ਦੇ ਕੇ ਗਵਰਨਮੈਂਟ ਨੂੰ 20% ਇਨਕਰੀਜ਼ ਅਪਰੋਕਸੀਮੇਟਲੀ ਜੋ ਵੀ ਵਾਟ ਐਵਰ ਬਣਦਾ ਕਰੋੜ 1.5 ਕਰੋੜ ਰੁਪਈਆ ਅਸੀਂ ਇਨਕਰੀਜ਼ ਦੇ ਕੇ ਗਵਰਨਮੈਂਟ ਤੋਂ ਠੇਕੇ ਲੈ ਲਏ। ਉਸ ਤੋਂ ਬਾਅਦ ਸੈਕਿੰਡ ਡੇ ਵੇਖੋ ਕਿ ਜਿਹੜੇ 14 ਸਰਕਲ ਮਗਰਲੇ ਰਹਿੰਦੇ ਆ। ਮੇਰਾ ਸਵਾਲ ਹੈ ਕਿ ਹੁਣ ਸਾਰੇ ਪੁਆਇੰਟ ਬਹੁਤ ਜ਼ਰੂਰੀ ਹੈ, ਇਹ ਤੁਹਾਡੇ ਮੀਡੀਆ ਦੇ ਥਰੂ ਸਰਕਾਰ ਤੱਕ ਪਹੁੰਚਾਉਣਾ ਬੜਾ ਜ਼ਰੂਰੀ ਆ ਕਿ ਜਿਹੜੇ ਬਾਕੀ ਦੇ 14 ਸਰਕਲ ਰਹਿ ਗਏ ਆ, ਕਿ ਉਹ ਕਿੰਨੇ % ਇਨਕਰੀਜ਼ ਪਾ ਕੇ ਜਿਹੜੇ ਆ ਗਵਰਨਮੈਂਟ ਲੋਕਾਂ ਨੂੰ ਅਲਾਟ ਕਰਦੀ ਹੈ। ਸਾਨੂੰ ਨਹੀਂ ਲੱਗਦਾ ਕਿ ਉਹ 20-25% ਟੋਟਲ ਇਨਕਰੀਜ਼ ਤੇ ਵੀ ਜਾ ਕੇ, ਇਨਕਰੀਜ਼ ਤੇ ਦੂਰ ਦੀ ਗੱਲ ਹੈ, 20% ਦੇ ਤੋਂ ਵੱਧ ਸਰਕਾਰ ਨੂੰ ਜਿਹੜੇ ਠੇਕੇਦਾਰ ਉਹਦੇ ਵਿੱਚ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਉਹਦੇ ਵਿੱਚ ਜਿਹੜਾ ਰੈਵਨਿਊ ਦੇ ਸਕਣਗੇ। ਨਹੀਂ ਸਰ, ਪਰ ਕਿਹਾ ਜਾ ਰਿਹਾ ਕਿ ਤੁਹਾਨੂੰ ਜਿਹੜਾ ਜਦੋਂ ਤੁਹਾਨੂੰ ਕਿਹਾ ਗਿਆ ਸੀ ਉਦੋਂ ਸ਼ਰਾਬ ਦੇ ਠੇਕੇ ਜਦੋਂ ਖੁੱਲ੍ਹਣ ਦੀ ਗੱਲ ਕੀਤੀ ਗਈ ਸੀ, ਜਦੋਂ ਤੁਹਾਨੂੰ ਠੇਕੇ ਅਲਾਟ ਕੀਤੇ ਗਏ ਸੀ, ਉਦੋਂ ਮਾਲ ਵੀ ਖੁੱਲੇ ਸੀ ਜਾਂ ਹੋਰ ਮੈਰਿਜ ਪੈਲੇਸ ਵੀ ਖੁੱਲੇ ਸੀ, ਉਹਨਾਂ ਦਾ ਕਿੰਨਾ ਘਾਟਾ ਪਿਆ? ਉਹਨਾਂ ਦਾ ਬਹੁਤ ਜ਼ਿਆਦਾ ਘਾਟਾ ਜੀ। ਸਾਡਾ ਰੈਵਨਿਊ ਦਾ ਸਭ ਤੋਂ ਮੇਨ ਮੁੱਦਾ ਇਹੀ ਆ। ਸਾਨੂੰ ਰੈਵਨਿਊ ਵੇਖੋ ਜੀ, ਠੇਕੇਦਾਰ ਨੂੰ ਰੈਵਨਿਊ ਕਿੱਥੋਂ ਹੁੰਦਾ? ਸਭ ਤੋਂ ਪਹਿਲਾਂ ਰੈਵਨਿਊ ਉਸ ਠੇਕੇਦਾਰ ਨੂੰ ਹਾਤਿਆਂ ਤੋਂ ਹੁੰਦਾ ਜੀ, ਜਿਹੜੇ ਬੰਦ ਕਰ ਦਿੱਤੇ ਗਏ। ਫਿਰ ਰੈਵਨਿਊ ਉਹਨਾਂ ਨੂੰ ਮੈਰਿਜ ਪੈਲਸਾਂ ਤੋਂ ਹੁੰਦਾ, ਜਿਹੜੇ 21 ਅਕਤੂਬਰ ਤੱਕ ਬੰਦ ਕੀਤੇ ਗਏ। ਫਿਰ ਰੈਵਨਿਊ ਉਹਨਾਂ ਨੂੰ ਹੋਟਲਾਂ ਤੋਂ ਹੁੰਦਾ ਆ, ਜਿਹੜੇ ਕਿ ਡੇਲੀ ਚੱਲਦੇ ਆ। ਫਿਰ ਰੈਵਨਿਊ ਸਰਕਾਰ ਨੂੰ ਜਿਹੜਾ ਸਾਨੂੰ ਹੁੰਦਾ ਆ, ਉਹ ਆਪਣਾ ਰੈਸਟੋਰੈਂਟਾਂ ਤੋਂ ਹੁੰਦਾ ਜੀ, 12 ਤੋਂ ਹੁੰਦਾ, ਕਲੱਬਾਂ ਤੋਂ ਹੁੰਦਾ, ਜਿਹੜੀ ਡੇਲੀ ਰੂਟੀਨ ਦੀਆਂ ਚੀਜ਼ਾਂ, ਜਿੱਥੋਂ ਡੇਲੀ ਸਰਕਾਰ ਨੂੰ ਆਪਾਂ ਜਿਹੜੀ ਆਪਾਂ ਰੈਵਨਿਊ ਪੇ ਕਰਦੇ ਆ। ਇਹਨਾਂ 'ਚ ਸ਼ਰਾਬ ਸਾਡੀ ਜਾਂਦੀ, ਉਹਦੇ ਤੋਂ ਸਾਨੂੰ ਰੈਵਨਿਊ ਆਉਂਦਾ, ਤਾਂ ਅਸੀਂ ਗਵਰਨਮੈਂਟ ਨੂੰ ਪੇ ਕਰਦੇ ਆ। ਇੱਕ ਚੈਨ ਬਣੀ ਹੁੰਦੀ ਜੀ, ਜਿਹੜਾ ਕਿ ਇਸ ਵੇਲੇ ਸਾਰਾ ਕੁਝ ਬੰਦ ਆ ਜੀ। ਪਰ ਸਰਕਾਰ ਤੁਹਾਨੂੰ ਕੀ ਕਹਿ ਰਹੀ ਹੈ?
ਸਰਕਾਰ ਨੇ ਠੇਕੇ ਖੋਲਣ ਦੇ ਤਾਂ ਨਿਰਦੇਸ਼ ਦੇ ਦਿੱਤੇ ਗਏ, ਬਟ ਪਾਲਿਸੀ ਦੇ ਵਿੱਚ ਚੇਂਜਸ ਨਹੀਂ ਕੀਤੀਆਂ ਗਈਆਂ। ਸਾਨੂੰ ਜਿਹੜਾ 40 ਦਿਨ ਬੰਦ ਰਿਹਾ, ਸਾਨੂੰ ਅਜੇ ਰਿਟਨ ਦੇ ਵਿੱਚ ਇਹਦਾ ਕੁਝ ਨਹੀਂ ਆਇਆ ਕਿ ਇਹਦਾ ਕੀ ਫੈਸਲਾ ਕੀਤਾ ਗਿਆ। ਜਿਹੜੇ 40 ਦਿਨ ਬੰਦ ਰਹੇ ਆ, ਉਹ ਬੰਦ ਦਾ ਅਸੀਂ ਠੇਕੇਦਾਰ ਕਿੱਥੋਂ 1.5 ਕਰੋੜ ਰੁਪਈਆ ਟੈਕਸ ਦੇ ਸਕਦੇ ਆ ਜੀ। ਪਰ ਸਰ ਜੇਕਰ ਉਹ ਨਹੀਂ ਦਿੱਤਾ ਜਾਏਗਾ ਤਾਂ ਫਿਰ ਠੇਕੇ ਬੰਦ ਹੀ ਰੱਖੋਗੇ ਤੁਸੀਂ? ਠੇਕੇ ਜਿੰਨਾ ਚਿਰ ਤੱਕ ਸਰਕਾਰ ਇਹ ਰੈਵਨਿਊ ਦੀ ਪਾਲਿਸੀ ਆ, ਸਾਨੂੰ ਕੋਈ ਰਿਲੀਫ ਨਹੀਂ ਦਿੰਦੀ, ਇਹ ਰਿਲੀਫ ਨਹੀਂ ਮਿਲਦੀ, ਉਹਨਾਂ ਚਿਰ ਤੱਕ ਪੰਜਾਬ ਦੇ ਠੇਕੇ ਜਿਹੜੇ ਬੰਦ ਰਹਿਣਗੇ। ਸਰ ਇੱਕ ਗੱਲ ਕੀਤੀ ਜਾ ਰਹੀ ਹੈ ਕਿ ਸ਼ਰਾਬ ਦੀ ਨਜਾਇਜ਼ ਤਰੀਕੇ ਨਾਲ ਤੁਹਾਡੇ ਹੀ ਕੋਈ ਠੇਕੇਦਾਰਾਂ ਵੱਲੋਂ ਘਰਾਂ 'ਚ ਡਿਲੀਵਰੀ ਬਿਨਾਂ ਹੁਕਮਾਂ ਦੇ ਕੀਤੀ ਜਾ ਰਹੀ। ਕਿਸੇ ਨੂੰ ਵੀ ਸ਼ਰਾਬ ਚਾਹੀਦੀ ਹੁੰਦੀ ਅੱਜ ਕੱਲ੍ਹ ਈਜ਼ੀਲੀ ਅਵੇਲੇਬਲ ਮਿਲ ਰਹੀ ਹੈ, ਲੋਕਾਂ ਦੇ ਘਰਾਂ 'ਚ ਵੀ ਸ਼ਰਾਬ ਪਹੁੰਚ ਰਹੀ ਹੈ, ਉਹਦੇ ਬਾਰੇ ਕੀ ਕਹਿਣਾ ਚਾਹੋ? ਤੁਸੀਂ ਬੜਾ ਵਧੀਆ ਸਵਾਲ ਕੀਤਾ ਜੀ ਵੀ ਸ਼ਰਾਬ ਦੇ ਜਿਹੜੇ ਠੇਕੇਦਾਰਾਂ ਨੂੰ ਪਤਾ ਹੁੰਦਾ, ਇਹ ਤੁਸੀਂ ਗਲਤ ਸਵਾਲ ਕੀਤਾ। ਸ਼ਰਾਬ ਦੇ ਠੇਕੇਦਾਰ ਤਾਂ ਨਜਾਇਜ਼ੀਆਂ ਨੂੰ ਲੱਭਦੇ ਫਿਰਦੇ ਜੀ। ਨਹੀਂ ਪਰ ਇਹ ਫਿਰ ਘਰਾਂ 'ਚ ਕਿੱਦਾਂ ਡਿਲੀਵਰੀਆਂ ਜਿਹੜੀ ਤਸਕਰੀ ਸ਼ਰਾਬ ਦੀ ਪਹਿਲੇ ਸਮੇਂ ਤੋਂ ਹੁੰਦੀ ਆਈ ਆ, ਸਾਡੀ ਪੰਜਾਬ ਗਵਰਨਮੈਂਟ ਨੂੰ, ਮੁੱਖ ਮੰਤਰੀ ਸਾਹਿਬ ਨੂੰ ਇਹ ਅਪੀਲ ਆ ਕਿ ਜਿਹੜੀ ਨਜਾਇਜ਼ ਸ਼ਰਾਬ ਦੀ ਤਸਕਰੀ ਨੂੰ ਰੋਕਿਆ ਜਾਵੇ। ਇਹਨੂੰ ਜਿੰਨਾ ਚਿਰ ਤੱਕ ਰੋਕਿਆ ਨਹੀਂ ਜਾ ਸਕਦਾ, ਇਹਨੂੰ ਨੱਥ ਨਹੀਂ ਪਾਈ ਜਾ ਸਕਦੀ, ਉਨੀ ਦੇਰ ਤੱਕ ਸਾਡਾ ਰੈਵਨਿਊ ਜਿਹੜਾ ਸਾਡਾ ਪੰਜਾਬ ਗਵਰਨਮੈਂਟ ਨੂੰ ਹਿਮਾਲਿਆ ਦਿੰਦੇ ਉਹ ਪੂਰਾ ਨਹੀਂ ਹੋ ਸਕਦਾ ਜੀ। ਹੁਣ ਫਿਰ ਕੀ ਹੱਲ ਕੀ ਆਦਾ? ਹੁਣ ਤੇ ਇੱਕ ਪਾਸੇ ਤੇ ਸਰਕਾਰ ਕਹਿ ਰਹੀ ਹੈ ਸੋਸ਼ਲ ਡਿਸਟੈਂਸਿੰਗ ਦਾ ਵੀ ਪਾਲਣ ਕਰੋ, ਸਭ ਕੁਝ ਕਰਕੇ ਆਪਣੇ ਠੇਕੇ ਖੋਲੋ, ਪਰ ਹੁਣ ਤੁਸੀਂ ਕਹਿ ਰਹੇ ਹੋ ਕਿ ਟੈਕਸ ਨਹੀਂ ਪਏ, ਫਿਰ ਇਹਦਾ ਹੱਲ ਕੀ ਹੈ? ਦੇਖੋ ਜੀ, ਇਹਦਾ ਹੱਲ ਇਹੀ ਆ, ਜੇ ਸਭ ਤੋਂ ਪਹਿਲਾਂ ਤੇ ਕੋਵਿਡ-19 ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਜਿਹੜੇ ਠੇਕੇ ਜਿਹੜੇ ਪੰਜਾਬ ਗਵਰਨਮੈਂਟ ਨੂੰ ਬਹੁਤ ਸੋਚ ਸਮਝ ਕੇ ਡਿਸੀਜਨ ਲੈਣਾ ਚਾਹੀਦਾ ਕਿ ਅਸੀਂ ਕਿੱਦਾਂ ਜਿਹੜਾ ਪੋਸੀਬਲ ਆ ਕਿ ਅਸੀਂ ਜਿਹੜੇ ਠੇਕਿਆਂ ਦੇ ਸੋਸ਼ਲ ਡਿਸਟੈਂਸ ਨੂੰ ਮੇਨਟੇਨ ਕਰ ਸਕਦੇ ਹਾਂ। ਇਹ ਮੇਨਟੇਨ ਨਹੀਂ ਹੋ ਸਕਦਾ ਕਿਉਂਕਿ ਸਾਨੂੰ 14 ਘੰਟੇ ਦਾ ਜਿਹੜਾ ਸਮਾਂ ਦਿੱਤਾ ਜਾਂਦਾ ਆ, ਉਹਦੇ ਵਿੱਚ ਹੀ ਬੜੀ ਮੁਸ਼ਕਲ ਨਾਲ ਮਾਲੀਆ ਪੂਰਾ ਕਰਦੇ ਹਾਂ, ਤੇ 4 ਘੰਟੇ ਦੇ ਟਾਈਮ ਪੀਰੀਅਡ ਦੇ ਵਿੱਚ ਤੇ ਸਾਡੇ ਲਈ ਇੰਪੋਸੀਬਲ ਹੈ ਕਿ ਸਰਕਾਰ ਦੇ ਮਾਲੀਏ ਨੂੰ ਪੂਰਾ ਕੀਤਾ ਜਾ ਸਕੇ। ਕੀ ਕਹਿਣਾ ਚਾਹੋਗੇ ਜੀ, ਤੁਹਾਡੀ ਕੀ ਡਿਮਾਂਡ ਹੈ ਜੀ? ਅਸੀਂ ਸਰ ਜਿਹੜੀ 2.5 ਤੋਂ 3 ਲੱਖ ਡੇਲੀ ਐਕਸਾਈਜ਼ ਪੇ ਕਰਦੇ ਹਾਂ, ਅਸੀਂ ਕੁਝ 4 ਘੰਟੇ ਠੇਕੇ ਖੋਲ ਕੇ ਉਹਦੀ ਆਪਾਂ ਤਕਰੀਬਨ ਅਸੀਂ 25 ਤੋਂ 30 ਹਜ਼ਾਰ ਸੇਲ ਕਰਾਂਗੇ, ਯਾਨੀ ਕਿ 2 ਲੱਖ ਰੁਪਇਆ ਅਸੀਂ ਆਪਣੀ ਜੇਬ ਚੋਂ ਡੇਲੀ ਨਹੀਂ ਪਾ ਸਕਦੇ। ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਕਿ ਘੱਟੋ ਘੱਟ 30 ਤੋਂ 40% ਐਕਸਾਈਜ਼ ਦੀ ਛੂਟ ਦਿੱਤੀ ਜਾਵੇ। ਜੇ ਨਹੀਂ ਮਿਲੇਗੀ ਤਾਂ ਠੇਕੇ ਬੰਦ ਰਹਿਣਗੇ। ਉਹਨਾਂ 'ਚ ਠੇਕੇ ਬੰਦ ਰਹਿਣਗੇ। ਸਰ ਕੱਲੀ ਪ੍ਰੋਬਲਮ ਹੈ ਮਾਝੇ ਖੇਤਰ 'ਚ ਜ਼ਿਆਦਾਤਰ ਆ ਰਹੀ ਹੈ, ਕਿਉਂਕਿ ਅਗਰ ਲੁਧਿਆਣੇ ਵੱਲ ਗੱਲ ਕਰੀਏ ਤਾਂ ਉਧਰ ਠੇਕੇ ਖੁੱਲੇ ਨੇ। ਕਿਤੇ ਵੀ ਨਹੀਂ, ਆਲ ਓਵਰ ਪੰਜਾਬ ਕਿਤੇ ਵੀ ਨਹੀਂ ਠੇਕੇ ਖੁੱਲੇ। ਥੋੜੇ ਬਹੁਤੇ ਠੇਕੇ ਖੁੱਲੇ, ਜੇ ਰੋਪੜ ਖੁੱਲੇ ਜਾਂ ਜੀਰਕਪੁਰ ਖੁੱਲੇ ਸੀ, ਉਹਨਾਂ ਦੀ ਵੀ ਸੇਲ ਮਾਰ ਕੇ 10% ਆ ਰਹੀ ਹੈ, ਤੇ ਉਹ ਵੀ ਤਕਰੀਬਨ ਸ਼ਟਰ ਮਤਲਬ ਬੰਦ ਕਰਨ ਨੂੰ ਬੈਠੇ ਨੇ। ਪਰ ਦੂਜੇ ਰਾਜਾਂ 'ਚ ਪ੍ਰੋਬਲਮ ਨਹੀਂ ਹੈ, ਉੱਥੇ ਤਾਂ ਠੇਕੇ ਖੁੱਲੇ। ਦਿੱਲੀ ਦੀ ਗੱਲ ਕਰੀਏ ਉੱਥੇ ਪ੍ਰਾਈਵੇਟ, ਇੱਥੇ ਉੱਥੇ ਸਰਕਾਰੀ ਠੇਕੇ ਆ, ਉੱਥੇ ਸਿੱਧਾ ਸਰਕਾਰ ਦਾ ਇੰਟਰਸਟ ਹੁੰਦਾ ਠੇਕਿਆਂ ਦੇ ਨਾਲ। ਇੱਥੇ ਪ੍ਰਾਈਵੇਟ ਠੇਕੇਦਾਰ ਨੇ, ਉੱਥੇ ਸਰਕਾਰ ਦਾ ਸਰਕਾਰੀ ਠੇਕੇ ਦਿੱਲੀ ਸਰਕਾਰ ਤੇ ਹਰਿਆਣਾ 'ਚ ਵੀ ਇਸ ਤਰ੍ਹਾਂ ਹੀ। ਹਾਂਜੀ ਤੇ ਇਸ ਕਰਕੇ ਤੁਹਾਡੇ ਨਿੱਜੀ ਠੇਕੇ ਨੇ ਤੁਹਾਨੂੰ ਦਿੱਕਤ ਆ ਰਹੀ ਹੈ? ਹਾਂਜੀ ਸਾਡੇ ਹੁਣ ਸੇਲ ਹੀ ਸਰ ਸੇਲ ਹੈਗੀ ਨਹੀਂ। 10 ਤੋਂ 15% ਸਾਰੇ ਮਜ਼ਦੂਰ ਪ੍ਰਵਾਸੀ ਕੰਮਕਾਰ ਬੰਦ ਪਏ ਸਾਰੀ। ਸ਼ਟਰ ਇਨਕਮ ਸੋਰਸ ਕੀ ਹੈ? ਲੋਕੀ ਘਰ ਵੇਖਣਗੇ ਆਪਣਾ ਪਰਿਵਾਰ। ਪੰਜਾਬੀ ਖੁੱਲੇ ਦਿਲ ਨਾਲ ਸ਼ਰਾਬ ਜ਼ਰੂਰ ਪੀਂਦਾ। ਉਹ ਪੀਂਦਾ, ਪਰ ਪੀਣ ਵਾਲੇ ਵੀ ਤਾਂ ਰਹਿਣੇ ਚਾਹੀਦੇ ਆ ਸਰ। ਪੀਣ ਵਾਲੇ ਤਾਂ ਸਾਰੇ ਬਾਹਰ ਚਲੇ ਗਏ ਨੇ ਜੀ, ਸਾਰਾ ਕੁਝ ਬੰਦ ਪਿਆ ਆ। ਸਾਰਾ ਮਜ਼ਦੂਰ ਪ੍ਰਵਾਸੀ ਸਭ ਲੇਬਰ ਕੌਮ ਸਾਰੀ ਮਜ਼ਦੂਰ ਵਾਪਸ ਜਾ ਚੁੱਕੇ ਆ ਜੀ। ਹੋਟਲ ਬੰਦ ਆ, ਇੰਡਸਟਰੀ ਬੰਦ ਆ, ਮਾਰਕੀਟਾਂ ਬੰਦ ਆ, ਤੇ ਕਿੱਦਾਂ ਪੋਸੀਬਲ ਹੈ ਵੀ ਅਸੀਂ ਸ਼ਰਾਬ ਦੀ ਸੇਲ ਕਰਕੇ ਗਵਰਨਮੈਂਟ ਦਾ ਰੈਵਨਿਊ ਪੂਰਾ ਕਰ ਸਕਦੇ? ਤੁਸੀਂ ਹਰਿਆਣੇ ਦੀ ਗੱਲ ਕੀਤੀ, ਹਰਿਆਣਾ ਸਰਕਾਰ ਨੇ 35% ਰੈਵਨਿਊ ਘਟਾਇਆ ਜੀ, ਤੇ ਅਸੀਂ ਉਹ ਉਮੀਦ ਕਰਦੇ ਹਾਂ ਪੰਜਾਬ ਸਰਕਾਰ ਨੇ ਜਿਹੜਾ 40-50 ਦਿਨ ਠੇਕੇ ਬੰਦ ਰਹੇ ਆ, ਉਹਦਾ ਰੈਵਨਿਊ ਨਹੀਂ ਘਟਾਇਆ ਜੀ ਅਜੇ ਤੱਕ। 35% ਹਰਿਆਣਾ ਗਵਰਨਮੈਂਟ ਨੇ ਰੈਵਨਿਊ ਘਟਾਇਆ ਜੀ। ਆਪਾਂ ਉਹ ਪੰਜਾਬ ਗਵਰਨਮੈਂਟ ਤੋਂ ਮੰਗ ਕਰਦੇ ਹਾਂ ਸਾਡਾ ਵੀ 35% ਰੈਵਨਿਊ ਘਟਾਇਆ ਜਾਵੇ। ਤੋ ਇਹ ਸੀ ਉਹ ਸ਼ਰਾਬ ਦੇ ਠੇਕੇਦਾਰ ਜਿਨ੍ਹਾਂ ਦੇ ਉੱਤੇ ਪੰਜਾਬ ਸੂਬੇ ਦੀ ਸਭ ਤੋਂ ਜ਼ਿਆਦਾ ਸਿਆਸਤ ਹੋ ਰਹੀ ਹੈ, ਲੇਕਿਨ ਇਹਨਾਂ ਦੀ ਆਪਣੀ ਹੀ ਕਹਾਣੀ ਹੈ। ਉਹਨਾਂ ਦਾ ਆਖਣਾ ਹੈ ਕਿ ਸ਼ਰਾਬ ਪੀਣ ਵਾਲੇ ਘਟ ਚੁੱਕੇ ਨੇ, ਕਿਉਂਕਿ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਉਹ ਇੱਥੋਂ ਜਾ ਚੁੱਕੇ ਨੇ, ਦੁਕਾਨਾਂ ਬੰਦ ਨੇ, ਰੈਸਟੋਰੈਂਟ ਬੰਦ ਨੇ, ਹੋਟਲਸ ਬੰਦ ਨੇ, ਮੈਰਿਜ ਪੈਲੇਸ ਬੰਦ ਨੇ, ਤੇ ਉਹਨਾਂ ਦੀ ਸ਼ਰਾਬ ਦੀ ਸੇਲ ਨਾ ਦੇ ਬਰਾਬਰ ਹੈ। ਔਰ ਜਿਹੜਾ ਸਰਕਾਰ ਨੂੰ ਰੈਵਨਿਊ 1 ਸਾਲ ਦਾ ਜਿਹੜਾ ਇਹਨਾਂ ਨੇ ਦਿੱਤਾ ਸੀ ਠੇਕੇ ਲੈਣ ਵਾਸਤੇ, ਉਹਦੇ 'ਚ ਕਟੌਤੀ ਕੀਤੀ ਜਾਵੇ, ਤੇ ਸਰਕਾਰ ਕੋਈ ਕਟੌਤੀ ਨਹੀਂ ਕਰ ਰਹੀ ਹੈ, ਇਸ ਕਰਕੇ ਉਹ ਠੇਕੇ ਬੰਦ ਰੱਖਣਗੇ। ਲੇਕਿਨ ਮੰਗ ਕਿਤੇ ਨਾ ਕਿਤੇ ਸਰਕਾਰੀ ਪੱਧਰ ਦੀ ਹੈ, ਔਰ ਸਰਕਾਰ ਹੁਣ ਇਹਨਾਂ ਨਾਲ ਬੈਠ ਕੇ ਕਿੱਥੇ ਇੱਕ ਸੈਟਿੰਗ ਕਰਦੀ ਹੈ ਉਹ ਦੇਖਣੀ ਹੋਏਗੀ। ਲੇਕਿਨ ਕਿਤੇ ਨਾ ਕਿਤੇ ਸੂਬੇ ਦੀ ਸਿਆਸਤ ਦੇ ਮੇਨ ਜਿਹੜੇ ਸੂਤਰਧਾਰ, ਜਿਹੜੇ ਸ਼ਰਾਬ ਦੇ ਵਪਾਰੀ ਨੇ, ਉਹ ਕਿਤੇ ਨਾ ਕਿਤੇ ਅੱਜ ਦੁਖੀ ਹਾਲਾਤ ਨੇ, ਤੇ ਉਹ ਮੰਗ ਕਰ ਰਹੇ ਕਿ ਸਰਕਾਰ ਉਹਨਾਂ ਦੀ ਆਵਾਜ਼ ਜ਼ਰੂਰ ਸੁਣੇ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਨੀ ਟੀਵੀ, ਅੰਮ੍ਰਿਤਸਰ।